ਸਤਿ ਸ਼੍ਰੀ ਅਕਾਲ, ਸਵਾਗਤ ਹੈ ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਗੁਰਪ੍ਰੀਤ ਸਿੰਘ। ਰਾਜ ਸਭਾ ਦੇ ਵਿੱਚ ਵੀ ਅੱਜ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦੇ ਵਿੱਚੋਂ ਦੋ ਬਿੱਲ ਨੇ ਜਿਹੜੇ ਉਹ ਪਾਸ ਕਰ ਦਿੱਤੇ ਗਏ। ਦੱਖਣੀ ਭਾਰਤ ਦੀਆਂ ਕੁਝ ਪਾਰਟੀਆਂ ਜਿਵੇਂ ਉੜੀਸਾ ਦਾ ਬੀਜੂ ਜਨਤਾ ਦਲ ਹੈ, ਤਮਿਲਨਾਡੂ ਦੀ AIADMK ਹੈ ਤੇ ਆਂਧਰਾ ਪ੍ਰਦੇਸ਼ ਦਾ YSR ਕਾਂਗਰਸ ਹੈ, ਉਹਨਾਂ ਦੇ ਵੱਲੋਂ ਹਮਾਇਤ ਕਰ ਦਿੱਤੀ ਗਈ। ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਰਾਜ ਸਭਾ ਦੇ ਵਿੱਚ ਇਹ ਬਿੱਲ ਰੁਕ ਸਕਦਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਬਹੁਮਤ ਉੱਥੇ ਨਹੀਂ ਹੈ, ਪਰ ਕੁਝ ਪਾਰਟੀਆਂ ਦੇ ਵੱਲੋਂ ਹਮਾਇਤ ਕੀਤੇ ਜਾਣ ਤੋਂ ਬਾਅਦ ਦੋ ਬਿੱਲ ਪਾਸ ਹੋ ਗਏ। ਤੀਜੇ ਦੇ ਵਿੱਚ ਸੋਧ ਦੀ ਮੰਗ ਕੀਤੀ ਗਈ ਹੈ। ਇਸੇ ਤੇ ਗੱਲਬਾਤ ਕਰਨ ਦੇ ਲਈ ਕੀ ਇਹਦੇ ਅਸਰ ਹੈ ਤੇ ਕਿਸਾਨ ਹੁਣ ਇਸ ਨੂੰ ਕਿਵੇਂ ਲੈਣਗੇ, ਪੰਜਾਬ ਦਾ ਕਿਸਾਨ ਇਸ ਨੂੰ ਕਿਵੇਂ ਲਵੇਗਾ, ਇਸੇ ਤੇ ਗੱਲਬਾਤ ਕਰਨ ਦੇ ਲਈ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਤੇ ਅਕਾਲੀ ਦਲ ਦੇ ਵਿੱਚੋਂ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਛੱਡ ਦਿੱਤਾ ਸੀ ਤੇ ਹੁਣ ਆਪਣੀ ਪਾਰਟੀ ਦਾ ਗਠਨ ਕੀਤਾ, ਉਹ ਸਾਡੇ ਨਾਲ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ ਜਗਬਾਣੀ ਤੇ। ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ, ਧੰਨਵਾਦ ਤੁਹਾਡਾ। ਪਰਮਿੰਦਰ ਜੀ, ਕਿਵੇਂ ਸਭ ਤੋਂ ਪਹਿਲਾਂ ਤਾਂ ਕਿਵੇਂ ਸਮਝਦੇ ਹੋ, ਕਿਸਾਨ ਕਹਿ ਰਹੇ ਹੈ ਕਿ ਕਾਲਾ ਦਿਨ ਹੈ ਅੱਜ ਦਾ ਜਦੋਂ ਇਹ ਦੋ ਬਿੱਲ ਪਾਸ ਹੋ ਗਏ ਹੈ। ਤੁਸੀਂ ਵਿੱਤ ਮੰਤਰੀ ਰਹੇ ਹੋ, ਤੁਹਾਡੇ ਤੋਂ ਬਿਹਤਰ ਇਹਦੇ ਤੇ ਆਰਥਿਕ ਤੌਰ ਤੇ ਜਾਂ ਵਿੱਤੀ ਤੌਰ ਤੇ ਸਟੇਟਾਂ ਨੂੰ ਕੀ ਮਿਲਣ ਵਾਲਾ, ਮਤਲਬ ਸਾਡੇ ਖਜ਼ਾਨਿਆਂ ਤੇ ਕੀ ਅਸਰ ਪੈਣਾ ਜਾਂ ਕਿਸਾਨਾਂ ਤੇ ਕੀ ਅਸਰ ਪੈਣਾ, ਇਹ ਬਿਹਤਰ ਤਰੀਕੇ ਦੇ ਨਾਲ ਤੁਹਾਡੇ ਤੋਂ ਵਧੀਆ ਕੋਈ ਨਹੀਂ ਸਮਝਾ ਸਕਦਾ। ਤੁਸੀਂ ਕਿਵੇਂ ਸਮਝਦੇ ਹੋ ਇਹ ਬਿੱਲ ਦਾ ਕੀ ਅਸਰ ਹੈ? ਦੇਖੋ ਗੁਰਪ੍ਰੀਤ ਜੀ, ਇਸ 'ਚ ਕੋਈ ਦੋ ਰਾਏ ਨਹੀਂ ਵੀ ਇਹ ਇੱਕ ਕਾਲਾ ਕਾਨੂੰਨ ਹੈ ਜਿਹੜਾ ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਮੈਂ ਸਮਝਦਾ ਇੱਕ ਕਲੰਕ ਹੈ ਤੇ ਦੇਸ਼ ਦੇ ਵਾਸਤੇ ਇਹ ਅੱਜ ਵਾਕਈ ਕਾਲਾ ਦਿਨ ਹੈ। ਜਦ ਜਿਨ੍ਹਾਂ ਲੋਕਾਂ ਦੇ ਵਾਸਤੇ ਇਹ ਕਾਨੂੰਨ ਬਣਾਏ ਜਾਣ ਦੀ ਗੱਲ ਕੀਤੀ ਗਈ ਸੀ, ਉਹਨਾਂ ਦੇ ਵਿਰੋਧ ਕਰੇ ਦੇ ਬਾਵਜੂਦ ਇਹ ਕਾਨੂੰਨ ਬਣਾਇਆ ਗਿਆ, ਕਿਉਂਕਿ ਸਰਕਾਰ ਸ਼ੁਰੂ ਤੋਂ ਕਹਿ ਰਹੀ ਹੈ ਵੀ ਇਹ ਕਿਸਾਨਾਂ ਦੇ ਵਾਸਤੇ ਤੇ ਕਿਸਾਨ ਦੇ ਭਲੇ ਲਈ ਅਸੀਂ ਬਿੱਲ ਬਣਾਇਆ। ਪਰ ਜੇ ਉਹ ਵਰਗ ਹੀ ਇਹਦਾ ਵਿਰੋਧ ਕਰ ਰਿਹਾ ਹੈ ਜਿਹਦੇ ਵਾਸਤੇ ਬਿੱਲ ਬਣਾਇਆ, ਤਾਂ ਫਿਰ ਕੀ ਮਜਬੂਰੀ ਸੀ ਸਰਕਾਰ ਦੀ ਇੰਨੀ ਕਾਹਲੀ ਦੇ ਵਿੱਚ ਇਹ ਬਿੱਲ ਪਾਸ ਕਰਾਉਣ ਦੀ। ਤੇ ਜਿੱਥੋਂ ਤੱਕ ਆਰਥਿਕ ਤੌਰ ਤੇ ਹੈ, ਦੇਖੋ ਸਭ ਤੋਂ ਵੱਡੇ ਖਦਸ਼ੇ ਕਿਉਂਕਿ ਇਸ ਕਰਕੇ ਖੜੇ ਹੋਏ, ਪਹਿਲਾਂ ਤਾਂ ਸਰਕਾਰ ਦੀ ਮਨਸ਼ਾ ਤੇ, ਕਿਉਂਕਿ ਇੱਕ ਤਾਂ ਇਹ ਕੋਵਿਡ ਦਾ ਦੌਰ ਚੱਲ ਰਿਹਾ ਸੀ, ਕੋਈ ਮਜਬੂਰੀ ਨਹੀਂ ਸੀ ਐਸੇ ਬਿੱਲ ਲਿਆਉਣ ਦੀ ਜਿਸ ਤਰੀਕੇ ਨਾਲ ਇਹ ਬਿੱਲ ਲਿਆਂਦੇ ਗਏ। ਇਹਨਾਂ ਬਿੱਲਾਂ ਦੇ ਵਿੱਚ ਕਿਤੇ ਵੀ ਜੇ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕਰਨਾ, ਤੁਸੀਂ ਘੱਟੋ ਘੱਟ ਕਿਸਾਨਾਂ ਦੇ ਬਚਾਅ ਲਈ ਕੋਈ ਪ੍ਰੋਵੀਜ਼ਨ ਤਾਂ ਉਹਦੇ ਵਿੱਚ ਹੋਣੇ ਚਾਹੀਦੇ ਹੈ, ਜਿਸ ਨਾਲ ਘੱਟੋ ਘੱਟ ਕਿਸਾਨ ਦੀ ਜਿਹੜੀ ਆਰਥਿਕ ਤੌਰ ਤੇ ਉਹਨੂੰ ਸੁਰੱਖਿਅਤ ਕੀਤਾ ਜਾ ਸਕੇ। ਕਿਤੇ MSP ਦੀ ਗੱਲ ਨਹੀਂ, ਕਿਸਾਨਾਂ ਨੂੰ ਮੈਂ ਸਮਝਦਾ ਜੇ ਸਿਰਫ ਇੰਨੀ ਲਾਈਨ ਪਾ ਦਿੰਦੇ ਵੀ ਜੀ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੋਈ ਵੀ ਜਿਹੜਾ ਹੈ ਵਪਾਰਕ ਅਦਾਰਾ ਜਾਂ ਕਾਰਪੋਰੇਟ ਘਰਾਣਾ ਉਹ ਕਿਸਾਨ ਤੋਂ ਫਸਲ ਨਹੀਂ ਖਰੀਦੇਗਾ, ਤਾਂ ਉਹਦੇ ਨਾਲ ਹੀ ਕਿਸਾਨਾਂ ਦੀ ਵੱਡੀ ਜਿਹੜੀ ਹੈ ਗੱਲ ਜਿਹੜੀ ਡਿਮਾਂਡ ਪੂਰੀ ਹੋ ਜਾਣੀ ਸੀ। ਸੋ ਕਿਸੇ ਤਰ੍ਹਾਂ ਦਾ ਵੀ ਇਹ 'ਚ ਪ੍ਰੋਵੀਜ਼ਨ ਨਹੀਂ। FCI ਜਿਹੜੀ ਖਰੀਦ ਕਰਦੀ ਹੈ ਉਹਦਾ ਭਵਿੱਖ ਜੋ ਨਵੀਂ ਰਜੀਮ ਇੱਕ ਇਹਨਾਂ ਨੇ ਲਿਆਂਦੀ ਹੈ, ਉਹਦੇ ਵਿੱਚ FCI ਦਾ ਕੀ ਰੋਲ ਹੋਏਗਾ ਉਹਦਾ ਕੋਈ ਵਰਣਨ ਨਹੀਂ ਹੈ। ਤੇ ਜਿਹੜੇ ਕੰਟਰੈਕਟ ਦੀ ਗੱਲ ਇਹ ਕਰਦੇ ਨੇ ਵੀ ਅਸੀਂ ਕੰਟਰੈਕਟਸ ਕਰਾਂਗੇ, ਪਹਿਲਾਂ ਬਥੇਰੇ ਸੂਬਿਆਂ ਦੇ ਵਿੱਚ, ਪੰਜਾਬ ਵਿੱਚ ਵੀ ਜਿਹੜੀਆਂ ਫਾਰਮਿੰਗ ਕੰਟਰੈਕਟ ਐਕਟ ਲਾਗੂ ਹੋ ਚੁੱਕਿਆ, ਉਹਦੀ ਕੋਈ ਉਹਦੇ ਵਿੱਚ ਸਫਲਤਾ ਨਹੀਂ ਮਿਲੀ, ਕਿਉਂਕਿ ਇਹ ਜਿਹੜੇ ਸਾਰੇ ਕੰਟਰੈਕਟ ਹੁੰਦੇ ਨੇ ਇਹ ਹਮੇਸ਼ਾ ਜੋ ਵੱਡੇ ਕਾਰਪੋਰੇਟਸ ਨੇ ਉਹਨਾਂ ਦੇ ਹੱਕ 'ਚ ਹੀ ਹੁੰਦੇ ਨੇ, ਕਿਉਂਕਿ ਉਹੀ ਕੰਟਰੈਕਟ ਤਿਆਰ ਕਰਾਉਂਦੇ ਨੇ ਵੱਡੀਆਂ ਕੰਪਨੀਆਂ, ਤੇ ਉਹ ਕੰਟਰੈਕਟ ਦੇ ਵਿੱਚ ਇੰਨੀਆਂ ਘੁੰਡੀਆਂ ਰੱਖ ਲੈਂਦੀਆਂ ਕਿ ਕਿਸਾਨ ਜਿਹੜਾ ਹੈ ਉਹਦਾ ਜੇ ਨਾਲ ਧੱਕਾ ਵੀ ਹੁੰਦਾ ਹੈ, ਜੇ ਉਹਦੇ ਨਾਲ ਉਹ ਕੰਟਰੈਕਟ ਪੂਰਾ ਵੀ ਨਹੀਂ ਹੁੰਦਾ ਤਾਂ ਵੀ ਜਿਹੜਾ ਹੈ ਉਹ ਕਿਤੇ ਵੀ ਜਿਹੜਾ ਆਪਦੀ ਫਰਿਆਦ ਕਰਨ ਜੋਗਾ ਨਹੀਂ ਰਹਿੰਦਾ। ਤੇ ਉਹਨਾਂ ਕੋਲ ਵੱਡੇ ਵੱਡੇ ਵਕੀਲ ਨੇ, ਇੱਕ ਵਕੀਲ ਜਿਹੜਾ ਇੱਕ ਪੇਸ਼ੀ ਦਾ ਲੱਖ ਰੁਪਇਆ ਲੈਂਦਾ ਹੈ, ਐਡੇ ਵਕੀਲ ਜਿਹੜਾ ਕਾਰਪੋਰੇਟ ਕਰਦੇ ਨੇ, ਕਿਸਾਨ ਤਾਂ ਉਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦਾ। ਇਹਦੇ ਵਿੱਚ ਕੋਈ ਵੀ ਪ੍ਰੋਟੈਕਸ਼ਨ ਦਾ ਮੈਕੈਨਿਜ਼ਮ ਇਸ 'ਚ ਇਹਨਾਂ ਕਾਨੂੰਨਾਂ ਦੇ ਵਿੱਚ ਨਹੀਂ ਰੱਖਿਆ ਗਿਆ, ਜਿਹਦੇ ਕਰਕੇ ਕਿਸਾਨ ਵਿਰੋਧ ਕਰ ਰਹੇ ਨੇ। ਅੱਜ ਕਿਸਾਨ ਪੜ੍ਹ ਚੁੱਕਿਆ, ਕਿਸਾਨ ਦਾ ਬੱਚਾ ਪੜ੍ਹ ਚੁੱਕਿਆ, ਉਹਨਾਂ ਨੂੰ ਸਭ ਪਤਾ ਹੈ ਵੀ ਕੀ ਸਾਡੇ ਭਲੇ ਵਿੱਚ ਹੈ, ਕੀ ਨੁਕਸਾਨ ਵਿੱਚ ਹੈ। ਸੋ ਇਹ ਸਾਰੀਆਂ ਗੱਲਾਂ ਦਾ ਸਰਕਾਰ ਕੋਈ ਜਵਾਬ ਨਹੀਂ ਦੇ ਸਕੀ। ਸੂਬਿਆਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਣਾ ਹੈ, ਕਿਉਂਕਿ ਆਖਰ ਸੂਬਿਆਂ ਨੇ ਬਹੁਤ ਪੈਸਾ ਖਰਚਾ ਕੀਤਾ ਮੰਡੀਕਰਨ ਦੇ ਉੱਤੇ। ਉਹ ਮੰਡੀਕਰਨ ਦੇ ਜਿਹੜਾ ਸਾਡੀਆਂ ਫੀਸ ਇਕੱਠੀਆਂ ਹੁੰਦੀਆਂ, ਸਾਡੇ ਸੈਸ ਇਕੱਠੇ ਹੁੰਦੇ ਨੇ, ਉਹਨਾਂ ਦੇ ਉੱਤੋਂ ਸਾਡਾ ਸਾਰਾ ਜਿਹੜਾ ਕੰਮ ਚੱਲਦਾ ਹੈਗਾ, ਉਹਦੇ 'ਚ ਚਾਹੇ ਸਾਡੀਆਂ ਸੜਕਾਂ ਬਣਾਉਣ ਦਾ ਕੰਮ ਹੋਵੇ, ਹੋਰ ਡਿਵੈਲਪਮੈਂਟ ਰਿਲੇਟਡ ਪੇਂਡੂ ਵਿਕਾਸ ਦੇ ਜਿਹੜੇ ਕੰਮ ਨੇ, ਉਹ ਇਹਨਾਂ 'ਚੋਂ ਚਾਹੇ ਸਾਡੀ ਮਾਰਕੀਟ ਫੀ ਹੈ, ਚਾਹੇ PIDB ਸੈਸ ਹੈ, ਚਾਹੇ ਰੂਰਲ ਡਿਵੈਲਪਮੈਂਟ ਫੀ ਹੈ,
ਇਹ ਸਾਰੀਆਂ ਜਿਹੜੀਆਂ ਨੇ ਮੰਡੀਕਰਨ ਤੋਂ ਹੀ ਇਕੱਠਾ ਹੁੰਦਾ ਹੈ। ਸੋ ਜਦ ਪ੍ਰਾਈਵੇਟ ਮੰਡੀਕਰਨ ਜਿਸ ਤਰ੍ਹਾਂ ਖੁੱਲੇਗਾ ਸੂਬਿਆਂ ਦੀ ਇਜਾਜ਼ਤ ਤੋਂ ਬਿਨਾਂ, ਤਾਂ ਉਹਨਾਂ ਦੇ ਵੀ ਤਕਰੀਬਨ 3-4 ਹਜ਼ਾਰ ਕਰੋੜ ਰੁਪਇਆ ਸਾਲਾਨਾ ਜੋ ਸਰਕਾਰ ਦਾ ਖਰਚਾ ਹੈ, ਅੱਜ ਉਹਦੇ ਤੇ ਇੱਕ ਸਵਾਲੀਆ ਨਿਸ਼ਾਨ ਖੜਾ ਹੋ ਗਿਆ। ਸੋ ਕਈ ਪਹਿਲੂ ਨੇ, ਇਸ ਤੋਂ ਇਲਾਵਾ ਵੀ ਬਹੁਤ ਪਹਿਲੂ ਨੇ ਜਿਨ੍ਹਾਂ ਕਰਕੇ ਜਿਹੜਾ ਹੈ ਸਾਰੇ ਖਦਸ਼ੇ ਜਤਾਏ ਜਾ ਰਹੇ। ਅਕਸਰ ਇਹ ਦੇਖਿਆ ਗਿਆ ਪਰਮਿੰਦਰ ਜੀ ਕਿ ਜਿਹੜਾ ਪ੍ਰਾਈਵੇਟ ਪਲੇਅਰ ਹੁੰਦਾ ਜਾਂ ਕਾਰਪੋਰੇਟਸ ਨੇ ਜਿਹੜੇ, ਇਹ ਪਹਿਲਾਂ ਇਸ ਤਰ੍ਹਾਂ ਦੇ ਲਾਲਚ ਦੇ ਕੇ ਮਾਰਕੀਟ ਤੇ ਕਬਜ਼ਾ ਕਰਦੇ ਆ, ਮਾਰਕੀਟ ਆਪਣੇ ਹੱਥ 'ਚ ਲੈਂਦੇ ਆ। ਜਦੋਂ ਮਾਰਕੀਟ ਆਪਣੇ ਹੱਥ 'ਚ ਹੁੰਦੀ ਹੈ ਫਿਰ ਉਸ ਤੋਂ ਬਾਅਦ ਕੰਜ਼ਿਊਮਰ ਨੂੰ ਆਪਣੇ ਤਰੀਕੇ ਦੇ ਨਾਲ ਚਲਾਉਣਾ ਸ਼ੁਰੂ ਕਰਦੇ ਆ। ਹੁਣ ਇਹਦੇ 'ਚ ਵੀ ਖਦਸ਼ਾ ਇਹੀ ਹੈ, ਔਰ ਵੱਡੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਕਿਸਾਨਾਂ ਦੇ ਕੋਲ, ਜਿਵੇਂ ਤੁਸੀਂ ਵੀ ਹੁਣੇ ਗੱਲ ਕੀਤੀ, ਕਿਸਾਨਾਂ ਦੇ ਕੋਲ ਕੋਈ ਲੀਗਲ ਆਪਸ਼ਨ ਛੱਡੀ ਨਹੀਂ ਹੈ। ਜੇ ਇਸ ਤਰ੍ਹਾਂ ਦਾ ਕੋਈ ਉਹਦੇ ਨਾਲ ਕੋਈ ਡਿਸਪਿਊਟ ਵੀ ਹੁੰਦਾ ਕਿਸਾਨ ਦਾ ਕਿਸੇ ਕਾਰਪੋਰੇਟ ਦੇ ਨਾਲ, ਕਿਸੇ ਦੇ ਨਾਲ, ਤਾਂ ਉਹਨੂੰ ਤੱਕ ਜਾਣ ਦਾ ਵੀ ਨਹੀਂ ਹੈ। ਉਹਨੂੰ ਜਾ ਕੇ ਪਹਿਲਾਂ SDM ਦੇ ਕੋਲੇ ਸ਼ਿਕਾਇਤ ਕਰਨੀ ਪਊਗੀ, ਫਿਰ ਉਹ ਆਪਣੀ ਕਮੇਟੀ ਬਣਾਊਗਾ। ਇਹਦਾ ਸਿੱਧਾ ਸਿੱਧਾ ਅਸਰ ਤੁਸੀਂ ਕੀ ਦੇਖਦੇ ਹੋ ਵੀ ਜਿਹੜੀ ਕਿਸਾਨੀ ਹੈ ਉਹ ਰੁਲ ਜਾਣੀ ਹੈਗੀ? ਨਹੀਂ, ਇਸ 'ਚ ਤਾਂ ਕੋਈ ਦੋ ਰਾਏ ਹੈ ਹੀ ਨਹੀਂ ਵੀ ਕਿਸਾਨੀ ਤੇ ਇਹਦਾ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪੈਣਾ ਹੈਗਾ। ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿਸ ਦਬਾਅ ਥੱਲੇ ਆ ਕੇ ਇਹ BJP ਸਰਕਾਰ ਨੇ ਕਿਸਾਨਾਂ ਦਾ ਗਲਾ ਘੁੱਟਿਆ, ਪਰ ਆਉਣ ਵਾਲਾ ਸਮਾਂ ਇਹਨਾਂ ਨੂੰ ਕਦੇ ਮਾਫ ਨਹੀਂ ਕਰੇਗਾ। ਕਿਉਂਕਿ ਜਿਹੜੀ ਸਰਕਾਰ ਆਪਦੇ ਹੀ ਲੋਕਾਂ ਦੇ ਉਲਟ ਫੈਸਲੇ ਕਰੇ, ਉਹਨੂੰ ਲੋਕ, ਉਹ ਅੱਜ ਚਾਹੇ ਉਹਨਾਂ ਨੂੰ ਲੱਗਦਾ ਵੀ ਸਾਡਾ ਸਮਾਂ ਪਿਆ, ਪਰ ਲੋਕ ਕਦੇ ਉਹ ਗੱਲਾਂ ਨਹੀਂ ਭੁੱਲਦੇ, ਕਦੇ ਮਾਫ ਨਹੀਂ ਕਰਨਗੇ। ਕਾਂਗਰਸ ਨੂੰ ਅੱਜ ਤੱਕ 84 ਕਰਕੇ ਮਾਫ ਨਹੀਂ ਕੀਤਾ, ਬਾਦਲ ਪਰਿਵਾਰ ਨੂੰ ਹਜੇ ਤੱਕ ਜੋ ਘਟਨਾਵਾਂ ਹੋਈਆਂ ਬਰਗਾੜੀ ਦੀਆਂ, ਉਹਨਾਂ ਕਰਕੇ ਲੋਕਾਂ ਨੇ ਅੱਜ ਤੱਕ ਮਾਫ ਨਹੀਂ ਕੀਤਾ। ਸੋ ਲੋਕਾਂ ਦੀ ਸਮੇਂ ਆਉਣ ਤੇ ਲੋਕ ਹਿਸਾਬ ਲੈਣਗੇ, ਪਰ ਸੋਚਣ ਦੀ ਗੱਲ ਇਹ ਵੀ ਹੁਣ ਜਿਹੜਾ ਆਉਣ ਵਾਲਾ ਸਮਾਂ ਉਹਦਾ ਕੀ ਬਣੇਗਾ। ਸੋ ਕਿਉਂਕਿ ਹੁਣ ਇਹ ਕਾਨੂੰਨ ਤਾਂ ਬਣ ਚੁੱਕਿਆ, ਇਹ ਤਾਂ ਇਹੀ ਹੈ ਵੀ ਸਾਰੇ ਸਿਆਸੀ ਧਿਰਾਂ, ਸਾਰੀਆਂ ਜੋ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਜੇ ਇਕੱਠੇ ਹੋ ਕੇ ਇੱਕ ਰਾਏ ਇੱਕ ਮਤ ਹੋ ਜਾਣ, ਤਾਂ ਫਿਰ ਸਰਕਾਰ ਨੂੰ ਜਿਸ ਢੰਗ ਨਾਲ ਉਹ ਸੂਬੇ 'ਚ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ, ਤਾਂ ਸੂਬੇ 'ਚ ਕਾਰਪੋਰੇਟਸ ਨੂੰ ਜਿਹੜਾ ਹੈ ਆਪਦਾ ਕਾਰੋਬਾਰ ਕਰਨ ਤੇ ਜਿਹੜੀਆਂ ਰੋਕਿਆ ਜਾ ਸਕਦਾ। ਇਸ 'ਚ ਕੋਈ ਨਹੀਂ। ਆਖਰ ਸੂਬੇ ਦੀ ਜਿਹੜੀ ਸਰਕਾਰ ਹੈ ਉਹਨਾਂ ਕੋਲ ਵੀ ਬੜੇ ਅਧਿਕਾਰ ਨੇ। ਉਹ ਜੇ ਚਾਹੁਣ ਸਿੱਧੇ ਸਿੱਧੇ ਢੰਗ ਨਾਲ ਇਹ ਜਿਹੇ ਜੋ ਕਾਰਪੋਰੇਟਸ ਨੇ ਉਹਨਾਂ ਨੂੰ ਇਸ ਕਾਨੂੰਨ ਲਾਗੂ ਕਰਨ ਦੇ ਵਿੱਚ, ਭਾਵੇਂ ਲਾਗੂ ਹੋ ਗਿਆ, ਪਰ ਸੂਬੇ ਵਿੱਚ ਇਹਨੂੰ ਪ੍ਰੋਪਰਲੀ ਇੰਪਲੀਮੈਂਟ ਕਰਨ 'ਚ ਅੜਚਣਾ ਤਾਂ ਸੂਬੇ ਦੀ ਸਰਕਾਰ ਲਾ ਹੀ ਸਕਦੀ ਹੈ। ਪਰ ਸਮੱਸਿਆ ਉਹੀ ਆਉਂਦੀ ਹੈ ਪਰਮਿੰਦਰ ਜੀ, ਸਿਆਸਤ ਹਰ ਜਗ੍ਹਾ ਦੀ ਇੱਕੋ ਜਿਹੀ ਹੈ। ਔਰ ਅਸੀਂ ਦੇਖ ਵੀ ਰਹੇ ਹਾਂ ਕਿ ਕਈ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਹੈ, ਉਹਨਾਂ ਦੇ ਤਾਂ ਵੱਡੇ ਵੱਡੇ ਗੋਡਾਊਨਸ ਪੰਜਾਬ ਦੇ ਵਿੱਚ ਬਣਨੇ ਸ਼ੁਰੂ ਵੀ ਹੋ ਗਏ। ਇੱਕ ਮੋਗੇ ਦੇ ਕੋਲ ਬਣ ਰਿਹਾ ਹੈ, ਇੱਕ ਦੋ ਹੋਰ ਬਣ ਰਹੇ ਹੈ। ਸੋ ਤੁਹਾਨੂੰ ਲੱਗਦਾ ਹੈ ਵੀ ਕਾਂਗਰਸ ਦੀ ਸਰਕਾਰ ਇਸ ਸਪਿਰਿਟ ਦੇ ਨਾਲ ਜਾਂ ਇੰਨੀ ਕੁ ਬਿੱਲ ਦਿਖਾਊਗੀ ਵੀ ਉਹਨਾਂ ਕਾਰਪੋਰੇਟਸ ਨੂੰ ਰੋਕੇ, ਜਿਹੜਾ ਕਾਰਪੋਰੇਟ ਕਿਸੇ ਨੂੰ ਵੀ ਕਿਸੇ ਦਾ ਵੀ ਮੁੱਲ ਲਾ ਸਕਦਾ ਹੈ? ਦੇਖੋ ਗੁਰਪ੍ਰੀਤ ਜੀ, ਅੱਜ ਤੱਕ ਤਾਂ ਉਹਨਾਂ ਨੇ ਕੋਈ ਆਪਦੀ ਐਸੀ ਭਾਵਨਾ ਦਿਖਾਈ ਨਹੀਂ। ਕਾਂਗਰਸ ਨੇ ਸਿਰਫ ਜ਼ਬਾਨੀ ਕਲਾਮੀ ਕਹਿੰਦੇ ਰਹੇ ਆ। ਨਹੀਂ, ਜਦ ਇਹ ਐਕਟ, ਜਦ ਬਿੱਲ ਲਿਆਉਣ ਵਾਸਤੇ ਜਦ ਸਾਰਾ ਖਰੜਾ ਤਿਆਰ ਹੋ ਰਿਹਾ ਸੀ, ਉੱਥੇ ਸੂਬੇ ਦੀਆਂ ਸਰਕਾਰਾਂ ਤੋਂ ਰਾਏ ਲਈ ਗਈ, ਤਾਂ ਉੱਥੇ ਸਰਕਾਰ ਪੰਜਾਬ ਦੀ ਨੇ ਕੋਈ ਆਪਦਾ ਪੱਖ ਨਹੀਂ ਰੱਖਿਆ, ਕੋਈ ਉਹਦਾ ਵਿਰੋਧ ਨਹੀਂ ਕੀਤਾ। ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ, ਤੇ ਫਿਰ ਪੰਜਾਬ ਦੇ ਅਧਿਕਾਰੀ ਵੀ ਗਏ, ਐਗਰੀਕਲਚਰ ਸੈਕਟਰੀ ਵੀ ਗਏ, ਫਾਈਨੈਂਸ ਮਿਨਿਸਟਰ ਵੀ ਗਏ, ਮੁੱਖ ਮੰਤਰੀ ਨੂੰ ਵੀ ਉਸ 'ਚ ਸ਼ਾਮਿਲ ਕੀਤਾ ਗਿਆ, ਪਰ ਉਹਨਾਂ ਦੀ ਵੀ ਬਹੁਤ ਵੱਡੀ ਅਣਗਹਿਲੀ ਰਹੀ ਹੈ। ਉਹ ਵੀ ਕਿਤੇ ਨਾ ਕਿਤੇ ਜਿਹੜਾ ਹੈ ਇਹਨਾਂ ਜੋ ਸਾਰੇ ਇਹ ਕਾਨੂੰਨ ਪਾਸ ਹੋਏ ਨੇ ਉਹਦੇ ਵਿੱਚ ਭਾਗੀਦਾਰ ਨੇ। ਸੋ ਮੈਨੂੰ ਕਿਤੇ ਜਿਹੜੀ ਹੈ ਉਹਨਾਂ ਦੀ ਮਨਸ਼ਾ ਦੀਦੀ ਨਹੀਂ ਹੈ। ਜਿਹੜੇ ਪਹਿਲਾਂ ਜੋ ਟਰੱਕ ਯੂਨੀਅਨਾਂ ਭੰਗ ਹੋਈਆਂ ਪੰਜਾਬ ਦੇ ਵਿੱਚ, ਕਿੰਨੇ ਲੋਕਾਂ ਲਈ ਰੁਜ਼ਗਾਰ ਸੀ, ਖਾਸ ਤੌਰ ਤੇ ਛੋਟੇ ਛੋਟੇ ਜਿਹੜੇ ਸਾਡੇ ਸਿੰਗਲ ਟਰੱਕ ਮਾਲਕ ਸੀ, ਉਹਨਾਂ ਵਾਸਤੇ ਰੁਜ਼ਗਾਰ ਸੀ। ਉਹ ਵੀ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਪ੍ਰੈਸ਼ਰ ਥੱਲੇ ਇਹਨਾਂ ਨੇ ਉਹ ਟਰੱਕ ਯੂਨੀਅਨਾਂ ਭੰਗ ਕਰਤੀਆਂ। ਅੱਜ ਰੁਜ਼ਗਾਰ ਤਾਂ ਲੋਕਾਂ ਨੂੰ ਕੀ ਦੇਣਾ ਸੀ? ਕਿੰਨੇ ਹੀ ਕਰੋੜਾਂ ਲੋਕ ਜਿਹੜੇ ਨੇ, ਲੱਖਾਂ ਲੋਕ, ਉਹ ਬੇਰੁਜ਼ਗਾਰ ਹੋ ਗਏ ਇਹਨਾਂ ਫੈਸਲਿਆਂ ਕਰਕੇ। ਸੋ ਕਿਤੇ ਨਾ ਕਿਤੇ ਸ਼ੁਰੂ ਤੋਂ ਕਾਂਗਰਸ ਸਰਕਾਰ ਜਿਹੜੀ ਹੈ ਮੌਜੂਦਾ ਪੰਜਾਬ ਦੀ, ਉਹ ਕਾਰਪੋਰੇਟਸ ਦੇ ਫੇਵਰ ਦੇ ਵਿੱਚ ਹੀ ਰਹੀ ਹੈ। ਉਹਨਾਂ ਦੇ ਸਾਰੇ ਐਕਸ਼ਨਸ ਜਿਹੜੇ ਨੇ ਹੁਣ ਤੱਕ, ਜੇ ਤੁਸੀਂ ਪਿਛਲੇ ਸਮੇਂ 'ਚ ਦੇਖ ਲਓ, ਤਾਂ ਉਹ ਕਾਰਪੋਰੇਟਸ ਦੇ ਹੱਕ ਵਿੱਚ ਹੀ ਗਏ ਨੇ। ਸੋ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਕੋਈ ਮਨਸ਼ਾ ਹੈ। ਸਿਰਫ ਹੁਣ ਸਾਰੇ
ਮਗਰਮੱਛ ਦੇ ਹੰਝੂ ਤਾਂ ਬਹਾ ਰਹੇ ਨੇ, ਕਿਉਂਕਿ ਉਹਨੂੰ ਦੇਖ ਲਿਆ ਵੀ ਪੰਜਾਬ ਦਾ ਕਿਸਾਨ ਅੱਜ ਸੜਕਾਂ ਤੇ ਆ ਗਿਆ। ਅੱਜ ਸਾਰਾ ਜਿਹੜਾ ਹੈ ਕਿਸਾਨਾਂ ਨੇ ਆਪਦੇ ਹੱਥ ਵਿੱਚ ਇਹ ਮੁਹਿੰਮ ਨੂੰ ਲੈ ਲਿਆ, ਤਾਂ ਫਿਰ ਕਿਤੇ ਨਾ ਕਿਤੇ ਦਿਖਾਵੇ ਲਈ ਸਾਰੇ, ਚਾਹੇ ਕਾਂਗਰਸ ਹੈ ਚਾਹੇ ਬਾਦਲ ਦਲ ਹੈ, ਉਹ ਸਾਰੇ ਇਹ ਕਰ ਰਹੇ ਨੇ। ਪਰ ਜੇ ਤੁਸੀਂ ਪਿਛਲੇ 4-5 ਮਹੀਨਿਆਂ ਦੇ ਘਟਨਾਕ੍ਰਮ ਨੂੰ ਦੇਖੋ ਤਾਂ ਕਿਸੇ ਦਾ ਵੀ ਰੋਲ ਜਿਹੜਾ ਹੈ ਇਹਦੇ ਵਿੱਚ ਚੰਗਾ ਜਾਂ ਸਾਰੂ ਨਹੀਂ ਰਿਹਾ। ਉਹ ਲੋਕ ਸਾਰੇ ਜਾਣਦੇ ਆ, ਲੋਕਾਂ ਨੂੰ ਸਭ ਪਤਾ। ਲੋਕਾਂ ਨੂੰ ਕੋਈ ਜਿਹੜਾ ਹੈ ਬੁੱਧੂ ਨਹੀਂ ਬਣਾ ਸਕਦਾ। ਲੋਕ ਅੱਜ ਜਾਗਰੂਕ ਨੇ, ਤੇ ਮੈਂ ਤਾਂ ਇਹੀ ਕਹਾਂਗਾ ਵੀ ਤਾਂ ਲੋਕ ਜਦ ਹੁਣ ਕਿਸਾਨ ਇਕੱਠੇ ਹੋ ਗਏ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਐਸਾ ਕਾਨੂੰਨ ਉਹ ਧੱਕੇ ਨਾਲ ਲਾਗੂ ਕਰ ਸਕਦੇ ਨੇ। ਕਿਸਾਨ ਹੀ ਜਾਗਰੂਕ ਹੋ ਗਿਆ ਤਾਂ ਕਿਸਾਨ ਸ਼ਾਇਦ ਜਿਹੜਾ ਹੈ ਇਹਦਾ ਹਿੱਸਾ ਨਹੀਂ ਬਣੇਗਾ। ਮੈਨੂੰ ਪੂਰੀ ਆਸ ਹੈ ਇਸ ਗੱਲ ਦੀ। ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੇ ਵੱਲੋਂ ਜਿਵੇਂ ਹੁਣ ਪਿਛਲੇ ਇੱਕ ਹਫ਼ਤੇ ਦੇ ਵਿੱਚ ਜੋ ਐਕਟੀਵਿਟੀਜ਼ ਹੋਈਆਂ ਨੇ, ਅਕਾਲੀ ਦਲ ਦੇ ਵੱਲੋਂ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਇਸ ਬਿੱਲ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ। ਬੇਸ਼ੱਕ ਕਿਸਾਨਾਂ ਦਾ ਰੋਹ ਦੇਖ ਕੇ ਹੀ ਉਹਨਾਂ ਨੇ ਯੂ ਟਰਨ ਮਾਰਿਆ, ਪਹਿਲਾਂ ਉਹ ਇਸ ਬਿੱਲ ਦੇ ਸਮਰਥਨ 'ਚ ਰਹੇ, ਪਰ ਉਹਨਾਂ ਦੇ ਹੁਣ ਯੂ ਟਰਨ ਮਾਰਨ ਦੇ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਹੋਇਆ ਜਾਂ ਅਸਤੀਫੇ ਦੇ ਨਾਲ ਬਿੱਲ ਰੁਕ ਗਿਆ? ਦੇਖੋ, ਪਹਿਲੀ ਗੱਲ ਤਾਂ ਉਹਨਾਂ ਨੇ ਅਸਤੀਫਾ ਹੀ ਉਦੋਂ ਦਿੱਤਾ ਜਦ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋ ਗਿਆ। ਪਾਸ ਹੋਣ ਤੋਂ ਬਾਅਦ ਅਸਤੀਫਾ ਦਿੱਤਾ, ਉਸ ਤੋਂ ਬਾਅਦ ਤਾਂ ਅਸਤੀਫੇ ਦਾ ਕੋਈ ਮਾਇਨਾ ਨਹੀਂ ਰੱਖਦਾ। ਜਦ ਕਾਨੂੰਨ ਦੇ ਖਿਲਾਫ ਤਾਂ ਅਸੀਂ ਲੜਾਈ ਲੜ ਰਹੇ, ਜਦੋਂ ਕਾਨੂੰਨ ਹੀ ਬਣ ਗਿਆ ਤਾਂ ਫਿਰ ਅਸਤੀਫਾ ਦੇਈਏ ਨਾ ਦੇਈਏ ਉਹਦੇ ਕੋਈ ਮਾਇਨੇ ਨਹੀਂ ਰੱਖਦੇ। ਤੇ ਫਿਰ ਵੀ ਇਹਨਾਂ ਨੇ ਕਿਹਾ ਵੀ ਅਸੀਂ ਸਮਰਥਨ ਸਾਡਾ ਜਾਰੀ ਰਹੇਗਾ, ਤੇ ਫਿਰ ਤਾਂ ਉਹਦਾ ਮਤਲਬ ਇਹੀ ਹੈ ਵੀ ਅਸੀਂ ਚਾਹੇ ਸਿੱਧੇ ਢੰਗ ਨਾਲ ਅਸੀਂ ਅੱਜ ਵੀ ਬੀਜੇਪੀ ਦੇ ਨਾਲ ਹਾਂ ਜਿਨ੍ਹਾਂ ਨੇ ਇਹ ਬਿੱਲ ਲਿਆਂਦਾ। ਸੋ ਉਹਨਾਂ ਦੀ ਗੱਲਾਂ ਤਾਂ ਉਹ ਸ਼ੁਰੂ ਤੋਂ ਹੀ, ਜੇ ਤੁਸੀਂ ਦੇਖੋ, ਮੈਨੂੰ ਲੱਗਦਾ ਬੀਜੇਪੀ ਦੇ ਕਿਸੇ ਆਗੂ ਨੇ ਇੰਨੀ ਜ਼ੋਰਦਾਰ ਢੰਗ ਨਾਲ ਬਿੱਲ ਦਾ ਸਮਰਥਨ ਨਹੀਂ ਕੀਤਾ ਹੋਣਾ ਜਿੰਨਾ ਬਾਦਲ ਪਰਿਵਾਰ ਨੇ ਕੀਤਾ। ਖਾਸ ਤੌਰ ਤੇ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ, ਫਿਰ ਬੀਬੀ ਹਰਸਿਮਰਤ ਕੌਰ ਬਾਦਲ, ਤੇ ਇੱਥੋਂ ਤੱਕ ਕਿ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਵੀ ਇਹ ਜਿਹੜਾ ਹੈ ਉਹਦੇ ਸਮਰਥਨ ਦੇ ਵਿੱਚ ਲੈ ਕੇ ਆਏ। ਤੇ ਇਹ ਗੱਲਾਂ ਹੁਣ ਲੋਕ ਥੋੜ੍ਹਾ ਨਾ ਭੁੱਲਦੇ ਆ। ਲੋਕਾਂ ਨੇ ਦੇਖਿਆ ਵੀ ਪਹਿਲਾਂ ਅਸੀਂ ਉਹ ਗੱਲ ਦਾ ਸਮਰਥਨ ਕਰੀ ਗਏ, ਤੇ ਹੁਣ ਜਦ ਦੇਖ ਲਿਆ ਵੀ ਲੋਕ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ, ਕਿਸਾਨ ਯੂਨੀਅਨ ਨੇ ਕਹਿਤਾ ਵੀ ਜਿਹੜਾ ਕੋਈ ਵਿਰੋਧ ਕਰੂਗਾ ਉਹਨੂੰ ਅਸੀਂ ਪਿੰਡ 'ਚ ਸਾਡੇ 'ਚ ਨਾ ਆਵੇ, ਤਾਂ ਫਿਰ ਉਸ ਤੋਂ ਘਬਰਾ ਕੇ ਥੱਲੇ ਜਦ ਕਾਡਰ ਨੇ ਰੌਲਾ ਪਾਇਆ, ਫਿਰ ਘਬਰਾ ਕੇ ਇਹਨਾਂ ਨੇ ਫੈਸਲਾ, ਕੋਈ ਦਿਲੋਂ ਫੈਸਲਾ ਨਹੀਂ ਲਿਆ। ਜੇ ਦਿਲੋਂ ਹੁੰਦੇ ਤਾਂ ਪਹਿਲੇ ਦਿਨੋਂ ਨਾਲ ਹੁੰਦੇ। ਸੋ ਤੁਸੀਂ ਦੇਖੋ, ਅੱਜ ਤੋਂ 1.5 ਮਹੀਨਾ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ, ਬੜੇ ਸਪਸ਼ਟ ਰੂਪ 'ਚ, ਸਪਸ਼ਟ ਸ਼ਬਦਾਂ 'ਚ ਇੱਕ ਕਾਨੂੰਨ ਨੂੰ ਵਾਪਸ ਲੈਣ ਲਈ ਉਹਨਾਂ ਨੇ ਲਿਖਿਆ ਵੀ ਇਹ ਕਾਨੂੰਨ ਜਿਹੜਾ ਹੈ ਲੋਕ ਵਿਰੋਧੀ ਹੈ, ਕਿਸਾਨ ਵਿਰੋਧੀ ਹੈ, ਇਹਨੂੰ ਵਾਪਸ ਲਿਆ ਜਾਵੇ ਤੇ ਕਿਸਾਨਾਂ ਨਾਲ ਗੱਲ ਕਰਕੇ ਤਰਮੀਮਾਂ ਕਰਕੇ ਫਿਰ ਜਿਹੜਾ ਦੁਬਾਰੇ ਇਹ ਬਿੱਲ ਲਿਆਂਦਾ ਜਾਵੇ। ਉਹਦੀ ਤਾਂ ਹਜੇ ਤੱਕ ਨਾ ਸਰਕਾਰ ਵੱਲੋਂ ਨਾ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੋਈ ਚਿੱਠੀ ਨਹੀਂ ਆਈ, ਤੇ ਇਹਨਾਂ ਦੀ ਮਾੜੀ ਜੀ ਗੱਲ ਕਰਦੇ ਸੀ ਉਹਦੀ ਸਫਾਈ ਸਰਕਾਰ ਮਿੰਟ 'ਚ ਦੇ ਦਿੰਦੀ ਸੀ। ਕਿਉਂਕਿ ਇਹ ਉਹਨਾਂ ਨੂੰ ਕਹਿੰਦੇ ਸੀ ਵੀ ਸਾਨੂੰ ਮਾੜੀ ਮੋਟੀ ਚਿੱਠੀ ਦਿਓ, ਅਸੀਂ ਤੁਹਾਡਾ ਜਿਹੜਾ ਉੱਥੇ ਜਾ ਕੇ ਅਸੀਂ ਪੱਖ ਰੱਖੀਏ। ਸੋ ਪੱਖ ਰੱਖਣ ਤੇ ਹੀ ਇਹਨਾਂ ਨੇ ਹੁਣ ਤੱਕ ਜ਼ੋਰ ਰੱਖਿਆ। ਚਲੋ, ਮੈਂ ਤਾਂ ਫੇਰ ਵੀ ਕਹਿਣਾ ਵੀ ਚਲੋ, ਜੇ ਅਸਤੀਫਾ ਦਿੱਤਾ ਹੈ, ਮੈਂ ਉਸ ਅਸਤੀਫੇ ਦਾ ਵਿਰੋਧ ਨਹੀਂ ਕਰਦਾ, ਪਰ ਇਹ ਗੱਲ ਜਿਹੜੀ ਹੈ ਜੇ ਦਿਲੋਂ ਕਰਦੇ ਤਾਂ ਸ਼ਾਇਦ ਅੱਜ ਨਤੀਜਾ ਕੁਝ ਹੋਰ ਹੁੰਦਾ। ਸ਼ਾਇਦ ਪੰਜਾਬ ਦਾ ਪਰ ਲੋਕ ਅੱਜ ਸੋਸ਼ਲ ਮੀਡੀਆ ਤੇ ਚਰਚਾ ਕਰ ਰਹੇ, ਕਹਿੰਦੇ ਢੀਂਡਸਾ ਸਾਹਿਬ ਨੂੰ ਜ਼ਿਆਦਾ ਟਾਈਮ ਮਿਲਿਆ, ਕਰੀਬ 5 ਮਿੰਟ ਬੋਲਣ ਦਾ ਟਾਈਮ ਉਹਨਾਂ ਨੂੰ ਦੇਤਾ ਰਾਜ ਸਭਾ 'ਚ, ਤੇ ਅਕਾਲੀ ਦਲ ਨੂੰ ਵੱਡੀ ਪਾਰਟੀ ਹੋਣ ਦੇ ਬਾਵਜੂਦ ਵੀ 2 ਮਿੰਟ ਹੀ ਮਿਲੇ ਆ, ਉਸ ਤੋਂ ਬਾਅਦ ਮਾਈਕ ਬੰਦ ਕਰ। 5 ਮਿੰਟ ਨਹੀਂ ਤਾਂ ਉਹ ਤਾਂ ਪਹਿਲੇ ਤਾਂ 2 ਮਿੰਟ ਉਹਨਾਂ ਦਾ ਮਾਈਕ ਹੀ ਨਹੀਂ ਔਨ ਕੀਤਾ। ਆਪਾਂ ਜੇ ਤੁਸੀਂ ਸਾਰਾ ਕੱਢ ਕੇ ਦੇਖੋ, ਉਹਨਾਂ ਨੂੰ 2 ਮਿੰਟ ਦਿੱਤੇ ਸੀ ਉਹਨਾਂ ਨੇ। 2 ਮਿੰਟ ਤੋਂ ਵੱਧ ਘੱਟ ਤਾਂ ਕਿਸੇ ਨੂੰ ਦੇ ਵੀ ਨਹੀਂ ਸਕਦੇ। ਇਹ ਮਿਨੀਮਮ ਟਾਈਮ ਹੁੰਦਾ 2 ਮਿੰਟ ਦਾ। ਉਹਨਾਂ ਨੂੰ ਮਿਨੀਮਮ ਟਾਈਮ ਦਿੱਤਾ ਤੇ ਉਹ ਬੋਲੀ ਗਏ, ਤੇ ਉਹਨਾਂ ਨਾਲੋਂ ਵੱਧ ਸਮਾਂ ਤੁਸੀਂ ਰਿਕਾਰਡ ਕਢਾ ਕੇ ਦੇਖੋ ਨਾ, ਉਹਨਾਂ ਨਾਲ ਵੱਧ ਸਮਾਂ ਅਕਾਲੀ ਦਲ ਨੂੰ ਦਿੱਤਾ ਹੈ। ਸੋ ਢੀਂਡਸਾ ਸਾਹਿਬ ਤਾਂ ਸ਼ੁਰੂ ਤੋਂ ਹੀ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ, ਤੇ ਅਸੀਂ ਸਾਡਾ ਸਿਰਫ ਸਰੋਕਾਰ ਪੰਜਾਬ ਦੇ ਲੋਕਾਂ ਨਾਲ ਹੈ, ਪੰਜਾਬ ਦੇ ਹੱਕਾਂ ਨਾਲ ਹੈ। ਤੇ ਜਿਹੜਾ ਵੀ ਕੋਈ ਪੰਜਾਬ ਦੇ ਕਿਸਾਨਾਂ ਦਾ, ਪੰਜਾਬ ਦੇ ਮਜ਼ਦੂਰ ਦਾ ਜਾਂ ਕਿਸੇ ਵੀ ਵਰਗ ਦਾ ਕੋਈ ਸਰਕਾਰ ਘਾਣ ਕਰਦੀ ਹੈ, ਅਸੀਂ ਉਹਦਾ ਪੂਰਾ ਡਟ ਕੇ ਵਿਰੋਧ ਕਰਾਂਗੇ। ਤੇ ਸਾਡਾ ਉਹਨਾਂ ਨਾਲ ਕੋਈ ਇੱਕ ਪੈਸੇ ਦਾ ਵੀ ਐਸੇ ਲੋਕਾਂ ਨਾਲ ਕੋਈ ਸਰੋਕਾਰ ਨਾ ਹੈ ਤੇ ਨਾ ਹੀ ਹੋ ਸਕਦਾ। ਕੀ ਪਰਮਿੰਦਰ ਜੀ, ਕੀ ਇਹ ਸੰਭਵ ਹੈ ਕਿ ਜਿਵੇਂ ਅਕਾਲੀ ਦਲ ਕਹਿ ਰਿਹਾ ਹੈ ਕਿ ਬਿੱਲ ਦੇ ਬਾਰੇ ਉਹਨਾਂ ਨੂੰ ਪਹਿਲਾਂ ਤਾਂ ਉਹ ਬਿੱਲ ਦਾ ਸਮਰਥਨ ਹੀ ਪੂਰਾ ਕਰਦੇ, ਔਰ ਦੂਜਾ ਸਵਾਲ ਇਹ ਵੀ ਹੈ ਕਿ ਜਦੋਂ ਬਿੱਲ ਕੈਬਨਿਟ ਦੇ ਵਿੱਚ ਚਰਚਾ ਹੁੰਦੀ ਹੈ ਬਿੱਲਸ ਦੀ, ਜਾਂ ਪ੍ਰੋਵੀਜ਼ਨ ਕੋਈ ਆਉਂਦਾ ਹੈ, ਉਦੋਂ ਜਦੋਂ ਚਰਚਾ ਹੁੰਦੀ ਹੈ
ਤਾਂ ਕੀ ਉਦੋਂ ਹਰਸਿਮਰਤ ਕੌਰ ਬਾਦਲ ਸਮਝ ਹੀ ਨਹੀਂ ਪਾਏ ਕਿ ਬਿੱਲ ਕਿੰਨਾ ਘਾਤਕ ਹੈ, ਕਿੰਨਾ ਖਤਰਨਾਕ ਹੈ, ਜਾਂ ਉਹਨਾਂ ਤੋਂ ਬਗੈਰ ਚਰਚਾ ਕੀਤੇ ਹੀ ਬਿੱਲ ਬਣ ਜਾਂਦੇ ਆ? ਨਹੀਂ, ਇਹ ਜਿਹੜਾ ਕੈਬਨਿਟ ਦਾ ਏਜੰਡਾ ਹੁੰਦਾ ਹੈ ਉਹ ਪਹਿਲਾਂ ਕੁਝ ਦਿਨ ਪਹਿਲਾਂ ਭੇਜਿਆ ਜਾਂਦਾ, ਸਰਕੂਲੇਟ ਕਰਿਆ ਜਾਂਦਾ ਹੈ, ਤਾਂ ਕਿ ਸੰਬੰਧਿਤ ਸਾਰੇ ਮੰਤਰੀ ਜਿਹੜੇ ਨੇ, ਸਾਰੇ ਕੈਬਨਿਟ ਮਿਨਿਸਟਰ, ਸਾਰੇ ਜਿਹੜੇ ਨੇ ਉਹ ਜਿਹੜੇ ਉਸ ਕੈਬਨਿਟ ਦੇ ਏਜੰਡੇ ਤੇ ਜਿਹੜੇ ਇਸ਼ੂਜ਼ ਨੇ ਉਹ ਸਾਰਿਆਂ ਨੂੰ ਪੜ੍ਹ ਸਕਣ। ਸੋ ਉਹਨਾਂ ਨੂੰ ਜੇ ਕਹਿਣ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ, ਉਹ ਤਾਂ ਪਹਿਲਾਂ ਸਾਰਾ ਏਜੰਡਾ ਸਰਕੂਲੇਟ ਹੋਇਆ ਸੀ, ਇਹ ਕਿਵੇਂ ਕਹਿ ਸਕਦੇ ਮੈਨੂੰ ਪਤਾ ਨਹੀਂ? ਪੜ੍ਹ ਕੇ ਗਏ ਹੋਣੇ ਨੇ ਹਰ ਮੁੱਦੇ ਨੂੰ, ਤੇ ਫਿਰ ਉੱਥੇ ਜਾ ਕੇ ਜੇ ਉਹ ਉਸ ਨਾਲ ਸਹਿਮਤ ਨਹੀਂ ਸੀ ਤਾਂ ਉੱਥੇ ਵਿਰੋਧ ਕਰਦੇ, ਵਾਕਆਊਟ ਕਰਦੇ, ਮੌਕੇ ਤੇ ਆਪਦਾ ਰੋਸ ਦਿਖਾਉਂਦੇ। ਉਸ ਤੋਂ ਬਾਅਦ ਤਾਂ ਆ ਕੇ ਸਫਾਈ ਦੇ ਹੀ ਗਏ ਨੇ। ਤਾਂ ਗੱਲਾਂ ਜੇ ਅਸਤੀਫਾ ਦੇਣ ਤੋਂ ਪਹਿਲਾਂ ਜਿਹੜਾ 2 ਮਹੀਨੇ ਸੀ ਉਦੋਂ ਹੀ ਕਹਿ ਦਿੰਦੇ ਉਹ ਵੀ ਜੀ ਮੇਰੀ ਤਾਂ ਉੱਥੇ ਸੁਣਦੇ ਨਹੀਂ ਹੈਗੇ, ਮੈਂ ਉੱਥੇ ਬੜਾ ਰੌਲਾ ਪਾਇਆ, ਜਾਂ ਇਹ ਬਿੱਲ ਗਲਤ ਹੈ, ਮੈਂ ਇਹਦੇ ਹੱਕ 'ਚ ਨਹੀਂ। ਤੇ ਜੇ ਉਹ ਉਹਦੇ ਵਿਰੋਧ ਸੀ ਸ਼ੁਰੂ ਤਾਂ ਫਿਰ ਵਿੱਚ ਇੰਨਾ 1.5 ਮਹੀਨਾ ਸਫਾਈ ਕਿਉਂ ਦੇਈ ਗਏ? ਸੋ ਇਹ ਤਾਂ ਗੱਲਾਂ ਮੈਂ ਸਮਝਦਾ ਕਹਿਣ ਦੀਆਂ ਨੇ। ਹੁਣ ਸਾਰੇ ਹੀ ਬੱਚਾ ਜਾਣ ਦੇਗਾ ਵੀ ਕੀ ਕੁਝ ਹੋਇਆ, ਕੀ ਘਟਨਾਕ੍ਰਮ ਹੋਇਆ। ਲੋਕ ਖੈਰ ਸਮਝਦੇ ਆ ਇਸ ਗੱਲ ਨੂੰ, ਲੋਕਾਂ ਦੇ ਵਿੱਚ ਵੀ ਇਹ ਓਪੀਨੀਅਨ ਹੈਗਾ ਕਿ ਆਪਣਾ ਅਕਸ ਬਚਾਉਣ ਦੀ ਜਾਂ ਫੇਸ ਸੇਵਿੰਗ ਹੈ ਇੱਕ। ਪਰ ਕੀ ਇਹਦੇ ਨਾਲ ਫੇਸ ਸੇਵ ਹੋ ਸਕੇਗਾ, ਅਕਸ ਆਪਣਾ ਸੁਧਾਰ ਸਕੇਗਾ ਅਕਾਲੀ ਦਲ ਇਸ ਕਦਮ ਦੇ ਨਾਲ? ਦੇਖੋ, ਬਿਲਕੁਲ ਨਹੀਂ ਸੁਧਾਰ ਸਕਦਾ, ਕਿਉਂਕਿ ਜੇ ਮੈਂ ਕਹਾਂ ਸਭ ਤੋਂ ਵੱਧ ਜ਼ਿੰਮੇਵਾਰ ਇਹ ਨੇ, ਕਿਉਂਕਿ ਇਹਨਾਂ ਨੇ ਜਿਹੜਾ 2 ਮਹੀਨੇ ਸਮਾਂ ਇਸ ਬਿੱਲ ਨੂੰ ਰੋਕਣ ਤੇ ਲਾਉਣਾ ਚਾਹੀਦਾ ਸੀ ਇਹਨਾਂ ਨੂੰ, ਉਹ ਬਿੱਲ ਦੀ ਸਫਾਈ ਤੇ ਲਾਤਾ। ਉਹਦਾ ਜਦ ਆਖਰੀ ਦਿਨ ਜਾ ਕੇ ਜੇ ਤੁਸੀਂ ਵਿਰੋਧ ਕਰੋਗੇ ਤਾਂ ਕੋਈ ਤੁਕ ਨਹੀਂ। ਦੂਜੀ ਗੱਲ, ਇਹਨਾਂ ਨੇ ਫੇਰ ਵੀ ਲੂਪ ਹੋਲ ਛੱਡ ਲਿਆ ਵੀ ਅਸੀਂ ਸਮਰਥਨ ਤੁਹਾਡੇ ਨਾਲ ਜਾਰੀ ਰੱਖਾਂਗੇ। ਉਹਨੂੰ ਪਤਾ ਹੈ ਵੀ 6 ਮਹੀਨਿਆਂ ਨੂੰ, ਸਾਲ ਨੂੰ ਫੇਰ ਅਸੀਂ ਜਾ ਕੇ ਸਰਕਾਰ 'ਚ ਵੜ ਜਾਾਂਗੇ। ਉਹਨਾਂ ਦੀ ਮਨਸ਼ਾ ਇਹੀ ਹੈ ਵੀ ਅਸੀਂ ਦੁਬਾਰੇ ਜਿਹੜਾ ਹੈ ਜਦ ਮਸਲਾ। ਪਰ ਕੀ ਉਦੋਂ ਲੋਕ ਮਾਫ ਕਰ ਦੇਣਗੇ ਫਿਰ? ਜੇ 2022 ਵੀ ਮੰਨ ਕੇ ਆਪਾਂ ਚੱਲੀਏ ਕਿ ਇਕੱਠੇ ਲੜਨ ਦਾ ਫੈਸਲਾ ਕਰਦੇ ਆ, ਤਾਂ ਲੋਕ ਮਾਫ ਕਰ ਦੇਣਗੇ ਇਸ ਚੀਜ਼ ਨੂੰ ਫਿਰ? ਇਹ ਤਾਂ 2022 ਤਾਂ ਇਹਨਾਂ ਨੂੰ ਦਿਖ ਹੀ ਰਿਹਾ ਵੀ ਕੀ ਕੁਝ ਹੋਣਾ ਹੈਗਾ। ਇਹ ਤਾਂ ਸ਼ਾਇਦ ਮੈਨੂੰ ਐ ਲੱਗਦਾ ਵੀ ਇਹਨਾਂ ਨੂੰ ਇਹ ਵੀ ਅਸੀਂ ਸਮਰਥਨ ਜਾਂ ਜਾਰੀ ਰੱਖੀਏ, ਤਾਂ ਕਿ ਇੰਨਾ ਕੁ ਰਸਤਾ ਰੱਖੀਏ ਵੀ ਤਾਂ ਕਿ 2022 ਜਾਂ ਉਸ ਤੋਂ ਬਾਅਦ ਵੀ ਅਸੀਂ ਉਹਨਾਂ ਨਾਲ ਗੱਲ ਕਰਦੇ ਰਹਿ ਜਾਈਏ। ਸੋ ਕਿਤੇ ਨਾ ਕਿਤੇ ਇਹਨਾਂ ਨੂੰ ਅੱਜ ਵੀ ਜਿਹੜੀ ਕੇਂਦਰ ਦੇ ਵਿੱਚ ਜਿਹੜੀ ਕੁਰਸੀ ਛੱਡੀ ਆ ਉਹ ਤੇ ਨਿਗਾਹ ਹਜੇ ਇਹਨਾਂ ਨੇ ਛੱਡੀ ਨਹੀਂ। ਹਜੇ ਵੀ ਇਹਨਾਂ ਨੂੰ ਹੈ ਵੀ ਸ਼ਾਇਦ ਅੱਗੇ ਅਗਲੇ ਵਾਲੇ ਸਮੇਂ 'ਚ ਅਸੀਂ ਦੁਬਾਰੇ ਜਿਹੜਾ ਹੈ ਕੇਂਦਰ ਦੇ ਵਿੱਚ ਭਾਗੀਦਾਰ ਬਣ ਜਾਈਏ। ਸੋ ਇਹ ਇੱਕ ਸਿਰਫ ਟਾਈਮ ਨੂੰ ਬਚਾਉਣ ਦੀ ਗੱਲ ਕੀਤੀ ਇਹਨਾਂ ਨੇ। ਫਿਰ ਹੁਣ ਜੇ ਇਸ ਬਿੱਲ ਤੇ ਥੋੜਾ ਜਿਹਾ ਆਈਏ ਦੁਬਾਰਾ, ਤਾਂ ਕਿਸਾਨਾਂ ਦੇ ਕੋਲੇ ਹੁਣ ਕੀ ਰਸਤਾ ਹੈ? ਕਿਸਾਨਾਂ ਨੂੰ ਸੇਵ ਕਰਨ ਦੇ ਲਈ ਕਿਹਦੇ ਹੱਥ 'ਚ ਕੀ ਹੈ, ਕੌਣ ਕੀ ਕਰ ਸਕਦਾ ਹੈ? ਮਤਲਬ ਦੇਖੋ, ਪਹਿਲੀ ਗੱਲ ਤਾਂ ਕੋਈ ਵੀ ਪ੍ਰਾਈਵੇਟ ਕਾਰਪੋਰੇਟ ਹੈ, ਉਹਨੇ ਕੋਈ ਆਪਦਾ ਸੂਬੇ ਦੇ ਵਿੱਚ ਕੁਝ ਵੀ ਸੈਟਅਪ ਕਰਨਾ ਹੁੰਦਾ ਹੈ, ਬੜੀਆਂ ਪਰਮਿਸ਼ਨਸ ਹੁੰਦੀਆਂ ਉਹਨਾਂ ਦੀਆਂ ਲੈਣੀਆਂ ਹੁੰਦੀਆਂ ਜੀ। ਤੇ ਸੂਬੇ ਦੀ ਸਰਕਾਰ ਚਾਹੇ ਤਾਂ ਉਹਨਾਂ ਨੂੰ NOCs ਪਰਮਿਸ਼ਨਸ ਰੋਕ ਦੇ, ਤਾਂ ਕਿ ਉਹ ਆਪਦਾ ਜੋ ਵੀ ਕੋਈ ਇਨਫਰਾਸਟ੍ਰਕਚਰ ਖੜਾ ਕਰਨਾ ਚਾਹੁੰਦੇ ਨੇ, ਜੋ ਵੀ ਕੁਝ ਸੈਟਅਪ ਕਰਨਾ ਚਾਹੁੰਦੇ, ਉਹ ਤੇ ਸਰਕਾਰ ਚਾਹੇ ਇਸ ਕਾਨੂੰਨ ਦੇ ਰਾਹੀਂ ਨਹੀਂ ਬਲ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਰੋਕ ਸਕਦੀ ਹੈ, ਕੋਈ ਉਹਦੇ ਤੇ ਬੰਦਿਸ਼ ਨਹੀਂ। ਦੂਜਾ ਜਿਹੜਾ ਹੈ, ਇਹ ਕਿਸਾਨਾਂ ਨੂੰ ਇਕੱਠੇ ਹੋ ਕੇ ਇਕਜੁੱਟਤਾ ਦਿਖਾਉਣੀ ਪਏਗੀ ਵੀ ਅਸੀਂ ਜਿਹੜਾ ਹੈ ਇਹਨਾਂ ਦੇ ਕਾਰਪੋਰੇਟ ਜਦ ਵੀ ਆਉਂਦੇ ਨੇ ਜਾਂ ਜੇ ਆਉਂਦੇ ਨੇ, ਉਹਨਾਂ ਦੇ ਗੱਲਾਂ 'ਚ ਨਹੀਂ ਆਉਣਾ, ਉਹਨਾਂ ਦੇ ਲਾਰਿਆਂ 'ਚ ਨਹੀਂ ਆਉਣਾ, ਤੇ ਅਸੀਂ ਜਿਹੜਾ ਹੈ ਇਕਜੁੱਟਤਾ ਦਿਖਾਉਣੀ ਹੈ। ਕੋਈ ਧੱਕੇ ਨਾਲ ਤਾਂ ਕੋਈ ਆ ਕੇ ਖਰੀਦ ਨਹੀਂ ਸਕਦਾ, ਜਾਂ ਧੱਕੇ ਨਾਲ ਤਾਂ ਫਸਲ ਹੀ ਨਾ ਚੱਕੀ ਪਰਮਿੰਦਰ ਜੀ, ਜੇ MSP ਵਾਲਾ ਸਿਸਟਮ ਖਤਮ ਹੋ ਰਿਹਾ ਹੈ, FCI ਦੇ ਸਿਰੋਂ ਜ਼ਿੰਮੇਵਾਰੀ ਉਤਰ ਰਹੀ ਹੈ, ਜੇ ਫਸਲ ਹੀ ਚੁੱਕਣੀ ਬੰਦ ਹੋ ਗਈ, CCL ਜਾਰੀ ਹੋਣੀਆਂ ਬੰਦ ਹੋ ਗਈਆਂ, ਤਾਂ ਫਿਰ ਕਿਸਾਨ ਵੀ ਕੀ ਕਰੂਗਾ? ਦੇਖੋ, CCL ਤਾਂ ਸੂਬੇ ਦੀ ਸਰਕਾਰ ਨੂੰ ਜਾਰੀ ਹੁੰਦਾ ਹੈ। ਹੁਣ ਸੂਬੇ ਦੀ ਸਰਕਾਰ CCL ਲੈ ਕੇ ਉਹ ਫਿਰ ਜਿਹੜੀ ਹੈ ਕੇਂਦਰ ਨੂੰ ਦਿੰਦੀ ਹੈ, ਤੇ ਕੇਂਦਰ ਫਿਰ ਪੈਸਾ ਵਾਪਸ ਦਿੰਦੀ ਹੈ ਸੂਬੇ ਨੂੰ। ਸੋ ਮੈਨੂੰ ਨਹੀਂ ਲੱਗਦਾ ਵੀ ਸੂਬੇ ਦੇ CCL ਬੰਦ ਹੋ ਸਕਦੇ ਨੇ। ਸੂਬਿਆਂ ਦਾ ਆਪਦਾ ਅਧਿਕਾਰ ਹੈ CCL ਜਾਰੀ ਕਰਾਉਣ ਦਾ, ਤੇ ਸੂਬੇ CCL ਜਾਰੀ ਕਰਕੇ ਖਰੀਦ 'ਚ ਸੂਬੇ ਦੀ ਅੱਜ ਵੀ FCI ਸਿਰਫ 20% ਮਾਲ ਡਾਇਰੈਕਟਲੀ ਖਰੀਦਦੀ ਹੈ, ਬਾਕੀ ਤਾਂ ਸੂਬੇ ਖਰੀਦਦਾ, ਸੂਬਾ ਜਾ ਕੇ ਫਿਰ ਅੱਗੇ ਪ੍ਰੋਵਾਈਡ ਕਰਦਾ। ਤੇ ਜੋ ਹਾਲਾਤ ਨੇ, ਮੈਨੂੰ ਜੋ ਮੈਂ ਇਹ ਸਮਝਦਾ ਵੀ ਸ਼ਾਇਦ ਹਜੇ 1-2 ਸਾਲ ਇਹਨੂੰ ਖਰੀਦ ਬੰਦ ਨਹੀਂ ਕਰਨੀ ਇਹਨਾਂ ਨੇ, ਹਜੇ ਉਸ ਤਰ੍ਹਾਂ ਨਹੀਂ ਰੱਖਣਗੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈਗਾ ਵੀ ਅੱਗੇ ਸੂਬੇ ਦੀਆਂ ਇਲੈਕਸ਼ਨ ਆ ਰਹੀਆਂ ਜਾਂ ਹੋਰ ਹੈ। ਤੇ ਕਣਕ ਦੀ ਖਾਸ ਤੌਰ ਤੇ ਜਿਹੜੀ ਖਰੀਦ ਹੈ ਇਹਨਾਂ ਨੇ ਬੰਦ ਨਹੀਂ ਕਰਨੀ, ਕਿਉਂਕਿ ਕਣਕ ਦੀ ਹਮੇਸ਼ਾ ਸ਼ਾਰਟੇਜ ਰਹਿੰਦੀ ਹੈ, ਤੇ ਕਣਕ
ਪੰਜਾਬ ਹੀ ਸੂਬਾ ਹੈ ਜਿਹੜਾ ਇੰਨੀ ਵੱਡੀ ਮਾਤਰਾ ਦੇ ਵਿੱਚ ਸਰਪਲਸ ਕਣਕ ਪੈਦਾ ਕਰਦਾ ਹੈ, ਕਿਉਂਕਿ ਹੁਣ ਜਿਹੜੇ ਸਦਰਨ ਸੂਬੇ ਨੇ ਸਾਊਥ ਵਾਲੇ, ਉਹਨਾਂ 'ਚ ਵੀ ਜੋ ਕਣਕ ਦੀ ਡਿਮਾਂਡ ਹੈ, ਉਹ ਈਟਿੰਗ ਪੈਟਰਨਸ, ਲੋਕਾਂ ਦੇ ਕੰਜ਼ੰਪਸ਼ਨ ਪੈਟਰਨਸ ਚੇਂਜ ਹੋ ਗਏ, ਉੱਥੇ ਵੱਧ ਰਹੀ ਹੈ। ਸੋ ਚਿੰਤਾ ਹੈ ਵੀ ਜੋ ਅਸੀਂ ਝੋਨਾ ਲਾਉਣੇ ਆ, ਜੋ ਉਹਦੀ ਜਿਹੜੀ ਵੱਡੀ ਚਿੰਤਾ ਦੀ ਗੱਲ ਹੈ ਵੀ ਕੱਲ ਨੂੰ ਕੋਈ ਵੀ ਸਰਕਾਰ ਹੈ ਜਿਹੜੀ ਉਹ ਝੋਨਾ ਖਰੀਦਣਾ ਬੰਦ ਕਰ ਸਕਦੀ ਹੈ। ਤੇ ਇਹ ਉਹਦੇ 'ਚ ਇੰਨਾ ਕੁ ਵੀ ਸੂਬੇ ਜਿਹੜੀ ਸਰਕਾਰ ਹੈ ਜਿਹੜੀ ਸਾਲ 2 ਸਾਲ ਤਾਂ ਆਪ ਚਿਪਨ ਕਰਕੇ ਆਪਦੀ CCL ਲਿਮਿਟ ਦੇ ਬੇਸ ਤੇ ਪ੍ਰੋਸੈਸ ਕਰ ਸਕਦੀ ਹੈ, ਪਰ ਆਖਰ ਇਹਦੇ ਵਿੱਚ ਸੂਬੇ ਲਈ ਬੜਾ ਵੱਡਾ ਚੈਲੰਜ ਇਹ ਹੋਏਗਾ ਵੀ ਆਪਦਾ ਇੱਕ ਸੈਪਰੇਟ ਮਾਰਕੀਟਿੰਗ ਦਾ ਸਿਸਟਮ ਪੈਦਾ ਕਰਨਾ, ਵੀ ਉਹ ਜਿਹੜੀ ਫੂਡ ਗ੍ਰੇਨ ਨੇ ਉਹ ਪੰਜਾਬ ਦੇਸ਼ ਦੇ ਵਿੱਚ ਵੇਚਣੇ, ਬਾਹਰ ਭੇਜਣੇ, ਜਾਂ ਕਿਸ ਤਰੀਕੇ ਦੇ ਨਾਲ ਉਹ ਸੂਬੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੋਏਗੀ। ਮੈਂ ਸਮਝਦਾ ਉਹ ਆ ਕੇ ਆਉਣ ਵਾਲੇ ਸਮੇਂ 'ਚ ਇਹ ਸੂਬੇ ਦੀ ਸਰਕਾਰ ਨੂੰ ਬੈਠ ਕੇ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਭਵਿੱਖ ਵਾਸਤੇ ਜ਼ਰੂਰ ਆਪਦੀ ਪਲੈਨਿੰਗ ਕਰਨੀ ਚਾਹੀਦੀ ਹੈ, ਇਹ ਸੋਚ ਕੇ ਵੀ ਜੇ FCI ਬੰਦ ਕਰਦੀ ਹੈ ਸਾਡੇ ਤੋਂ ਲੈਣਾ, ਤਾਂ ਅਸੀਂ ਕਿਸ ਤਰੀਕੇ ਨਾਲ ਖਰੀਦ ਕੇ ਜਿਹੜੀ ਫਸਲ ਹੈ ਉਹਨੂੰ ਅਸੀਂ ਵੇਚ ਸਕਦੇ ਹਾਂ ਜਾਂ ਕਿਵੇਂ ਸਪਲਾਈ ਕਰ ਸਕਦੇ ਹਾਂ, ਉਹ ਦੇਖਣਾ ਪਏਗਾ। ਕਿਉਂਕਿ ਜੇ ਮੈਂ ਸਮਝਦਾ ਅੱਧੀ ਵੀ ਉਹਨਾਂ ਨੇ ਬੰਦ ਕਰਤੀ ਤਾਂ ਵੀ ਬੜਾ ਵੱਡਾ ਚੈਲੰਜ ਹੋਏਗਾ, ਬੜਾ ਫਰਕ ਪੈ ਜਾਊਗਾ। ਬਿਲਕੁਲ। ਅੱਛਾ, ਹੁਣ ਆਖਰੀ ਸਵਾਲ ਹੈ ਜੀ, ਅੱਗੇ ਕਿਸਾਨਾਂ ਦੇ ਲਈ ਹੁਣ ਤੁਸੀਂ ਕੀ ਰਾਹ ਦੇਖਦੇ ਹੋ, ਔਰ ਤੁਸੀਂ ਵੀ, ਜੇ ਮੈਂ ਤੁਹਾਡੀ ਪਰਸਨਲੀ ਗੱਲ ਕਰਾਂ, ਤੁਸੀਂ ਕਿਸਾਨਾਂ ਦੇ ਨਾਲ ਕਿਵੇਂ ਖੜੇ ਹੋ, ਫਿਰ ਕਿਵੇਂ ਉਹਨਾਂ ਦੇ ਸੰਘਰਸ਼ 'ਚ ਸਾਥ? ਸਾਰੇ ਉਹਨਾਂ ਦੇ ਜੋ ਇਹ ਪ੍ਰੋਟੈਸਟ ਨੇ ਜਾਂ ਜੋ ਉਹਨਾਂ ਨੇ ਰਸਤਾ ਕਿਸਾਨਾਂ ਨੇ ਇਖਤਿਆਰ ਕੀਤਾ ਹੈ, ਅਸੀਂ ਉਹਨਾਂ ਦੇ ਨਾਲ ਆ। ਸਾਡੇ ਸਾਰੇ ਆਗੂ ਤੇ ਵਰਕਰ ਇਹ ਸਾਰੇ ਪ੍ਰਦਰਸ਼ਨਾਂ 'ਚ, ਧਰਨਿਆਂ 'ਚ ਹਿੱਸਾ ਲੈ ਰਹੇ ਨੇ। ਅਤੇ ਢੀਂਡਸਾ ਸਾਹਿਬ ਤੇ ਮੈਨੂੰ ਕਰੋਨਾ ਹੋਣ ਕਰਕੇ ਮੈਨੂੰ ਵੀ ਪਰਸੋਂ ਹੀ ਜਿਹੜਾ ਹੈ ਨੈਗੇਟਿਵ ਰਿਪੋਰਟ ਆਈ ਹੈ। ਮੈਂ ਗੱਲ ਵੀ ਕੀਤੀ ਹੈ ਕੁਝ ਸਾਡੇ ਕਿਸਾਨ ਆਗੂਆਂ ਨਾਲ, ਉਹਨਾਂ ਨੂੰ ਵੀ ਅਸੀਂ ਪੁੱਛਿਆ ਵੀ ਕਿਸ ਤਰੀਕੇ ਦੇ ਨਾਲ ਅਸੀਂ ਤੁਹਾਡੇ ਨਾਲ ਸ਼ਾਮਲ ਹੋ ਸਕਦੇ ਹਾਂ। ਕਈਆਂ ਨੇ ਤਾਂ ਕਿਹਾ ਵੀ ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਦੇ ਪ੍ਰੋਗਰਾਮ ਦੇ ਵਿੱਚ ਨਹੀਂ ਸ਼ਾਮਲ ਕਰਨਾ ਚਾਹੁੰਦੇ, ਤੇ ਕੁਝ ਜਥੇਬੰਦੀਆਂ ਨੇ ਸਾਨੂੰ ਇਹਨਾਂ ਕਿਹਾ ਵੀ ਤੁਸੀਂ ਜਿਹੜਾ ਇਸ ਰੂਪ 'ਚ ਆਪਦੇ ਵਰਕਰਾਂ ਦੇ ਰੂਪ ਸਾਡੇ ਵਿੱਚ ਸ਼ਾਮਲ ਹੋ। ਸੋ ਆਖਰ ਅਸੀਂ ਵੀ ਇਸੇ ਪਰਿਵਾਰ ਦਾ ਹਿੱਸਾ ਹਾਂ। ਤੋ ਅਸੀਂ ਜਿਸ ਤਰ੍ਹਾਂ ਵੀ ਜ਼ਮੀਨੀ ਪੱਧਰ ਤੇ ਜੋ ਲੜਾਈ ਲੜਨੀ ਹੈ, ਜੋ ਵੀ ਕਿਸਾਨ ਯੂਨੀਅਨ ਅਸਰ, ਕਿਉਂਕਿ ਮੈਂ ਸਮਝਦਾ ਅਸੀਂ ਆਪਦੀ ਸਾਰੇ ਡਫਲੀ ਵਜਾਵਾਂਗੇ ਤਾਂ ਉਹ 'ਚੋਂ ਕੁਛ ਨਹੀਂ ਨਿਕਲਣਾ। ਆਖਰ ਸਾਨੂੰ ਇਕਜੁੱਟਤਾ ਦਿਖਾਉਣੀ ਪਊ। ਜੇ ਅਸੀਂ ਸਾਰੇ ਹੀ ਪਾਰਟੀਆਂ ਕਹਿੰਦੇ ਆ ਵੀ ਅਸੀਂ ਕਿਸਾਨ ਹਿਤੈਸ਼ੀ ਹਾਂ, ਤਾਂ ਜੋ ਕਿਸਾਨ ਜਥੇਬੰਦੀਆਂ ਏਜੰਡਾ ਤਿਆਰ ਕਰਦੀਆਂ, ਸਾਨੂੰ ਉਹਦੇ ਨਾਲ ਚੱਲਣਾ ਚਾਹੀਦਾ। ਅੱਜ ਯੂਥ ਕਾਂਗਰਸ ਨੇ ਆਪਦਾ ਆਰਡੀ ਤੋੜ ਲਿਆ ਪ੍ਰੋਗਰਾਮ, ਇਸੇ ਤਰ੍ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਈ ਵਾਰੀ ਨੁਕਸਾਨ ਕਰ ਜਾਂਦੀਆਂ। ਜਿਵੇਂ ਅੱਜ ਅੰਬਾਲਾ ਵਿੱਚ ਯੂਥ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਇੱਕ ਟਰੈਕਟਰ ਨੂੰ ਅੱਗ ਲਾਤੀ ਗਈ, ਤਾਂ ਕੀ ਇਸ ਦੇ ਨਾਲ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਮੌਕਾ ਨਹੀਂ ਮਿਲ ਜਾਂਦਾ ਇਹ ਕਹਿਣ ਦਾ ਵੀ ਅਨਾਰਕੀ ਫੈਲਾਈ ਜਾ ਰਹੀ ਹੈ ਸਿਆਸੀ ਪਾਰਟੀਆਂ ਵੱਲੋਂ? ਅਨਾਰਕੀ ਵੀ ਉਹਨਾਂ ਨੂੰ ਕਹਿਣ ਨੂੰ ਮਿਲ ਜਾਂਦਾ, ਬਾਕੀ ਸਾਡੀ ਜੋ ਤਾਕਤ ਹੈ ਉਹ ਵੀ ਖਿੰਡਦੀ ਹੈ। ਜੇ ਅਸੀਂ ਕਿਸਾਨ ਹਿਤੈਸ਼ੀ ਹਾਂ ਤੇ ਸਾਨੂੰ ਕਿਸਾਨਾਂ ਦੇ ਮਗਰ ਲੱਗਣਾ ਚਾਹੀਦਾ। ਅਸੀਂ ਉਹਨਾਂ ਦੇ ਦਿੱਤੇ ਪ੍ਰੋਗਰਾਮ ਮੁਤਾਬਕ ਚੱਲੀਏ। ਅਸੀਂ ਆਪਦੀਆਂ, ਇਹ ਕੋਈ ਸਿਆਸੀ ਅਖਾੜਾ ਤਾਂ ਨਹੀਂ। ਸਿਆਸੀ ਅਖਾੜਾ ਸਾਡਾ ਹੈ ਲੋਕ ਸਭਾ ਤੇ ਰਾਜ ਸਭਾ ਤੇ ਜਿਹੜੀ ਸਾਡੀ ਅਸੈਂਬਲੀ ਹੈ, ਉੱਥੇ ਅਸੀਂ ਆਪਦੀ ਅੱਡ ਡਫਲੀ ਵਜਾਉਣੀ ਵਜਾਈ ਜਾਈਏ। ਹੁਣ ਤਾਂ ਸਾਨੂੰ ਸਾਰਿਆਂ ਨੂੰ ਇਹ ਜਿਹੜਾ ਹੈ ਇੱਕ ਸੰਕੇਤ ਦੇਣਾ ਚਾਹੀਦਾ ਵੀ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਖੜੇ ਹਾਂ। ਉਹਨਾਂ ਦੇ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਜਾਣ ਨੂੰ ਤਿਆਰ ਹਾਂ। ਜਿੱਥੇ ਅਸੀਂ ਆਪ ਵੀ ਜਾਵਾਂਗੇ, ਸਾਡੇ ਵਰਕਰ ਵੀ ਜਾਣਗੇ। ਜੇ ਸਾਰਾ ਪੰਜਾਬ 'ਚੋਂ ਇੱਕ ਮੈਸੇਜ ਆਏਗਾ ਵੀ ਸਾਰਾ ਪੰਜਾਬ ਇਕਜੁੱਟ ਹੈ, ਤਾਂ ਫਿਰ ਜਿਹੜਾ ਹੈ ਮੈਂ ਸਮਝਦਾ ਜਿਹੜੀਆਂ ਤਾਕਤਾਂ ਨੇ, ਸਰਕਾਰਾਂ ਨੇ, ਉਹਨਾਂ ਨੂੰ ਵੀ ਮਜਬੂਰ ਹੋਣਾ ਪਏਗਾ ਸਾਡੀ ਗੱਲ ਸੁਣਨ ਲਈ। ਅੱਜ ਵੀ ਇਹ ਨਹੀਂ ਹੈ ਵੀ ਖਤਮ ਹੋ ਗਿਆ। ਜੇ ਅਸੀਂ ਪ੍ਰੈਸ਼ਰ ਬਣਾਈ ਰੱਖੀਏ ਤਾਂ ਸਰਕਾਰ ਕਿਤੇ ਨਾ ਕਿਤੇ ਸੋਧ ਕਰ ਸਕਦੀ ਹੈ ਇਸ ਬਿੱਲ ਦੇ ਵਿੱਚ। ਹਜੇ ਮੈਨੂੰ ਲੱਗਦਾ ਤਾਂ ਹੈ ਨਹੀਂ ਜਿੰਨਾ ਜਿਹਾ ਉਹਨਾਂ ਦਾ ਰਵੱਈਆ ਹੁਣ ਤੱਕ ਵੀ ਕਿਸੇ ਦੀ ਗੱਲ ਤੱਕ ਨਹੀਂ ਸੁਣੀ, ਕਿਸੇ ਜਥੇਬੰਦੀ ਨੂੰ ਨਹੀਂ ਬੁਲਾ ਕੇ ਪੁੱਛਿਆ। ਪਰ ਫਿਰ ਵੀ ਜੇ ਅਸੀਂ ਪ੍ਰੈਸ਼ਰ ਜਾਰੀ ਰੱਖਾਂਗੇ ਕੁਝ ਵੀ ਸੰਭਵ। ਅੱਛਾ, ਇੱਕ ਲੋਕਾਂ ਦਾ ਆਖਰੀ ਸਵਾਲ ਹੈ ਪਰਮਿੰਦਰ, ਟਾਈਮ ਵੀ ਹੋ ਗਿਆ ਕਾਫੀ। ਇੱਕ ਲੋਕਾਂ ਦਾ ਇਹ ਸਵਾਲ ਜ਼ਰੂਰ ਹੈ ਕਿ ਸਾਊਥ ਇੰਡੀਆ, ਜੋ ਸਦਰਨ ਪਾਰਟ ਹੈ, ਸਾਊਥ ਇੰਡੀਆ ਹੈ, ਉੱਥੋਂ ਦੀਆਂ ਪਾਰਟੀਆਂ ਕਿਉਂ ਨਹੀਂ ਵਿਰੋਧ ਕਰ ਰਹੀਆਂ ਇਸ ਬਿੱਲ ਦਾ, ਜਾਂ ਉੱਥੋਂ ਦਾ ਕਿਸਾਨ ਵੀ ਕਿਉਂ ਨਹੀਂ ਕਰ ਰਿਹਾ? ਅੱਜ ਰਾਜ ਸਭਾ ਦੇ ਵਿੱਚ ਵੀ YSR ਦੇ ਵੱਲੋਂ, ਬੀਜੂ ਜਨਤਾ ਦਲ ਦੇ ਵੱਲੋਂ, AIADMK ਦੀਆਂ ਵੋਟਾਂ ਦੇ ਨਾਲ ਹੀ ਕੰਮ ਹੋਇਆ ਹੈ। ਦੇਖੋ ਗੁਰਪ੍ਰੀਤ ਜੀ, ਇੱਕ ਗੱਲ ਹੈ, ਪੰਜਾਬ, ਹਰਿਆਣਾ, ਵੈਸਟਰਨ UP
ਤੇ ਦੇਸ਼ ਦੇ ਬਾਕੀ ਹਿੱਸਿਆਂ 'ਚ ਬਹੁਤ ਵੱਡਾ ਅੰਤਰ ਹੈ, ਕਿਉਂਕਿ ਸਾਡੇ ਇੱਥੇ ਮਾਰਕੀਟਿੰਗ ਇਨਫਰਾਸਟ੍ਰਕਚਰ ਹੈ। ਮੰਡੀਕਰਨ ਦੀਆਂ ਸੁਵਿਧਾਵਾਂ ਨੇ ਸਰਕਾਰਾਂ ਨੇ ਤਿਆਰ ਕੀਤੀਆਂ ਹੋਈਆਂ, ਤੇ ਕਿਉਂਕਿ ਸਾਰੀਆਂ ਮੰਡੀਕਰਨ ਦੀਆਂ ਸੁਵਿਧਾਵਾਂ ਨੇ, ਇਸ ਕਰਕੇ ਇਹ ਸਾਰਾ ਜਿਹੜਾ ਹੈ FCI ਉਹ ਮੈਜੋਰਿਟੀ ਜਿਹੜੀ ਪਰਚੇਜ਼ ਕਰਦੀ ਹੈ ਉਹ ਇੱਥੋਂ ਕਰਦੀ ਹੈ। ਸੋ MSP ਤੇ ਖਰੀਦ ਕੀਤੀ ਜਾਂਦੀ ਹੈ ਸਾਡੇ ਸੂਬਿਆਂ 'ਚ, ਬਾਕੀ ਸੂਬਿਆਂ 'ਚ MSP ਤੇ ਕੋਈ ਵੀ ਨਹੀਂ ਖਰੀਦਦਾ। ਸਾਨੂੰ ਇਹੀ ਤਾਂ ਖਦਸ਼ਾ ਵੀ ਜਿਹੜਾ ਬਾਕੀ ਸੂਬਿਆਂ ਦਾ ਹਾਲ ਹੈ, ਕੱਲ ਨੂੰ ਸਾਡਾ ਵੀ ਉਹ ਨਾ ਹੋ ਜੇ। ਜਿਹੜੀ 1800 ਰੁਪਏ ਦੀ ਜੇ ਕਣਕ ਹੈ ਤਾਂ ਉਹ ਉੱਥੇ 1200 1300 1400 ਨੂੰ ਵਿਕਦੀ ਹੈ। ਕਿੱਡਾ ਵੱਡਾ ਨੁਕਸਾਨ ਹੈ। ਸੋ ਉਹਨਾਂ ਨੂੰ ਕੋਈ ਬੜਾ ਅੰਤਰ ਨਹੀਂ ਪੈਂਦਾ। ਉੱਥੇ ਜਿਹੜੀ ਹੈ ਸਟੇਟ ਜਿਹੜੀ ਹੈ ਪਰਚੇਜ਼ ਹੈ ਉਹ ਬਹੁਤ ਨਾ ਮਾਤਰਾ ਦੇ ਵਿੱਚ ਹੈ। ਉਹ ਸਿਰਫ ਸੂਬੇ ਦੀਆਂ ਸਰਕਾਰਾਂ ਆਪਦੀ ਜਿੰਨੀ ਲੋੜ ਹੁੰਦੀ ਹੈ ਉਨੀਆਂ ਸ਼ਾਇਦ ਖਰੀਦੀਆਂ ਹੁਣ, ਪਰ ਬਹੁਤ ਘੱਟ ਖਰੀਦੀਆਂ। ਸੋ ਜ਼ਿਆਦਾ ਫਰਕ ਆਪਣੇ ਇਹਨਾਂ ਸੂਬਿਆਂ 'ਚ ਪੈਣਾ ਜਿੱਥੇ ਤਕਰੀਬਨ ਸਾਰੀ ਦੀ ਸਾਰੀ ਜਿਹੜਾ ਕਣਕ ਤੇ ਝੋਨਾ ਜਿਹੜਾ ਹੈ ਉਹ FCI ਕੇਂਦਰ ਸਰਕਾਰ ਜਾਂ ਸੂਬਿਆਂ ਦੀਆਂ ਏਜੰਸੀਆਂ ਖਰੀਦ ਕੇ ਉਹਨਾਂ ਨੂੰ ਦੇ ਦਿੰਦੀਆਂ। ਸੋ ਇਹ ਜਿਹੜਾ ਵੱਡਾ ਅੰਤਰ ਹੈ। ਉੱਥੇ ਹੋ ਸਕਦਾ ਹੈ ਇਹ ਜਿਹੜੇ ਬਿੱਲ ਨੇ ਉਹਨਾਂ ਸੂਬਿਆਂ ਦੇ ਵਿੱਚ ਜਿੱਥੇ ਉਹਨਾਂ ਨੇ ਵਿਚੌਲੀਏ ਖਤਮ ਕਰਤੇ ਜਾਂ ਵੱਡੇ ਕਾਰਪੋਰੇਟ ਨੂੰ ਕਰਨ ਦੀ ਗੱਲ ਕੀਤੀ ਹੈ, ਉੱਥੇ 19-21 ਸ਼ਾਇਦ ਹੋ ਸਕਦਾ ਫਾਇਦਾ ਹੋ ਜੇ ਕਿਸਾਨਾਂ ਨੂੰ, ਕਿਉਂਕਿ ਉੱਥੇ ਤਾਂ ਪਹਿਲਾਂ ਹੀ ਨਹੀਂ ਖਰੀਦਿਆ ਜਾਂਦਾ। ਉੱਥੇ ਹੋਰ ਨਹੀਂ ਫਾਇਦਾ ਹੋਏਗਾ ਤਾਂ ਘੱਟੋ ਘੱਟ ਇਨਫਰਾਸਟ੍ਰਕਚਰ ਤਿਆਰ ਹੋ ਜਾਏਗਾ। ਜਿਹੜਾ ਇਨਫਰਾਸਟ੍ਰਕਚਰ ਉੱਥੇ ਮਾਰਕੀਟਿੰਗ ਉਹ ਪ੍ਰਾਈਵੇਟ ਜਿਹੜੀਆਂ ਨੇ ਕੰਪਨੀਆਂ ਉਹ ਇਨਫਰਾਸਟ੍ਰਕਚਰ ਤਿਆਰ ਕਰਨਗੀਆਂ, ਜਿਹਦਾ ਕਿਤੇ ਨਾ ਕਿਤੇ ਲਾਓ। ਪਰ ਇੱਥੇ ਪੰਜਾਬ ਤੇ ਹਰਿਆਣਾ ਤੇ ਵੈਸਟਰਨ ਯੂਪੀ ਇਹਨਾਂ ਏਰੀਆਜ਼ ਦੀ ਟੋਟਲ ਡਿਫਰੈਂਟ ਹੈ। ਦੂਜੀ ਗੱਲ, ਪੰਜਾਬ ਤੇ ਇੱਧਰ ਹਰਿਆਣੇ ਦਾ ਕਿਸਾਨ ਹੈ ਉਹ ਜਾਗਰੂਕ ਹੈ। ਉੱਥੋਂ ਦੇ ਕਿਸਾਨ ਵਿਚਾਰੇ ਜਾਗਰੂਕ ਨਹੀਂ। ਉਹਨਾਂ ਨੂੰ ਅੱਜ ਤੱਕ ਉਹ ਆਪਦੇ ਅਧਿਕਾਰ MSP ਵਾਸਤੇ ਹੀ ਨਹੀਂ ਹਜੇ ਜਿਹੜਾ ਅਧਿਕਾਰ ਪ੍ਰਾਪਤ ਕਰ ਸਕੇ ਆਪਦਾ। ਅਗਲੀਆਂ ਲੜਾਈਆਂ ਤਾਂ ਕਿੱਥੋਂ ਲੜਨਗੇ ਉਹ। ਸੋ ਉੱਥੋਂ ਦੀਆਂ ਸੂਬਿਆਂ ਦੀਆਂ ਸਰਕਾਰਾਂ ਵੀ ਉਨੀਆਂ ਹੀ ਜਿਹੜੀਆਂ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਕਿਸਾਨ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ। ਸੋ ਉਹ ਕਿਤੇ ਨਾ ਕਿਤੇ BJP ਨੂੰ ਖੁਸ਼ ਕਰਨ ਵਾਸਤੇ ਵੋਟਾਂ ਪੈ ਗਈਆਂ। ਸੋ ਜ਼ਿਆਦਾ ਵੱਡਾ ਜਿਹੜਾ ਇਸ਼ੂ ਚਿੰਤਾ ਦਾ ਹੈ ਉਹ ਪੰਜਾਬ ਅਤੇ ਜਿਹੜਾ ਸਾਡਾ ਹਰਿਆਣਾ ਤੇ ਥੋੜਾ ਮੋਟਾ ਵੈਸਟਰਨ ਯੂਪੀ, ਉੱਥੋਂ ਦੇ ਕਿਸਾਨਾਂ ਲਈ ਜ਼ਿਆਦਾ ਇਹ ਖਤਰਾ ਹੈ। ਜੀ ਬਹੁਤ ਸ਼ੁਕਰੀਆ ਪਰਮਿੰਦਰ ਜੀ ਇਸ तमाम ਗੱਲਬਾਤ ਦੇ ਲਈ ਔਰ ਆਪਣਾ ਵਕਤ ਜਗਬਾਣੀ ਨੂੰ ਦੇਣ ਦੇ ਲਈ। ਧੰਨਵਾਦ ਗੁਰਪ੍ਰੀਤ ਜੀ, ਥੈਂਕ ਯੂ।